ਲਾਜ਼ਮੀ ਪੰਜਾਬੀ ਦੀ ਬਹੁਤ ਛੇਤੀ ਤਿਆਰੀ ਕਰਦੇ ਹਾਂ। ਵਿਸ਼ਾ ਵੀ ਲਾਜ਼ਮੀ ਪੰਜਾਬੀ ਤੇ ਇਹਦੀ ਤਿਆਰੀ ਕਰਨੀ ਵੀ ਲਾਜ਼ਮੀ ਆ। ਸਭ ਤੋਂ ਪਹਿਲਾਂ ਸੱਭਿਆਚਾਰ ਵਾਲਾ ਸਾਡਾ ਅਧਿਆਇ ਹੈ ਪੰਜਾਬੀ ਸੱਭਿਆਚਾਰ, ਲੇਖਕਾ ਡਾਕਟਰ ਬਰਿੰਦਰ ਕੌਰ। ਤੇ ਇਸ ਨਾਲ ਸੰਬੰਧਿਤ ਆਪਾਂ ਪ੍ਰਸ਼ਨ ਕਰਾਂਗੇ ਛੋਟੇ ਉੱਤਰਾਂ ਵਾਲੇ ਜਾਂ ਪੈਰਾਗ੍ਰਾਫ ਟਾਈਪ ਪ੍ਰਸ਼ਨ ਉੱਤਰ। ਬੱਚੋ, ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ? ਕਿਸ ਨੂੰ ਕਹਿੰਦੇ ਹਨ ਸੱਭਿਆਚਾਰ? ਉੱਤਰ ਹੈ ਕਿ ਸੱਭਿਆਚਾਰ ਕਿਸੇ ਇਲਾਕੇ ਜਾਂ ਖੇਤਰ ਦੀ, ਕਿਸੇ ਖਿੱਤੇ ਦੇ ਲੋਕਾਂ ਦੀ ਜੀਵਨ ਜਾਚ ਨੂੰ ਕਿਹਾ ਜਾਂਦਾ ਹੈ। ਜਿਸ ਢੰਗ ਨਾਲ ਉਹ ਰਹਿੰਦੇ ਹਨ ਉਸ ਵਿੱਚ ਉਹਨਾਂ ਦੀ ਬੋਲੀ, ਲੋਕ ਵਿਸ਼ਵਾਸ, ਖਾਣ ਪੀਣ, ਉਹਨਾਂ ਦੇ ਲੋਕ ਗੀਤ, ਨਾਚ, ਖੇਡਾਂ ਸਭ ਕੁਝ ਆ ਜਾਂਦਾ ਹੈ। ਦੂਸਰਾ ਪ੍ਰਸ਼ਨ, ਸੱਭਿਆਚਾਰ ਤੇ ਉਪ ਸੱਭਿਆਚਾਰ ਵਿੱਚ ਕੀ ਫਰਕ ਹੈ? ਸੱਭਿਆਚਾਰ ਕਿਸੇ ਵੱਡੇ ਖੇਤਰ ਦੇ ਲੋਕਾਂ ਦੀ ਜੀਵਨ ਜਾਚ ਜਾਂ ਉਹਨਾਂ ਦਾ ਰਹਿਣ ਢੰਗ ਹੁੰਦਾ ਹੈ, ਜਦਕਿ ਉਪ ਸੱਭਿਆਚਾਰ ਉਸ ਵੱਡੇ ਸੱਭਿਆਚਾਰ ਦੇ ਵਿੱਚ ਜੋ ਛੋਟੇ ਹੋਰ ਇਲਾਕਾਈ ਜਾਂ ਖੇਤਰੀ ਸੱਭਿਆਚਾਰ ਵਿਕਸਿਤ ਹੋ ਜਾਂਦੇ ਹਨ ਉਸ ਨੂੰ ਕਹਿੰਦੇ ਆ। ਜਿਵੇਂ ਭਾਰਤੀ ਸੱਭਿਆਚਾਰ ਦੇ ਵਿੱਚ ਪੰਜਾਬੀ ਉਪ ਸੱਭਿਆਚਾਰ ਹੈ, ਗੁਜਰਾਤੀ ਉਪ ਸੱਭਿਆਚਾਰ, ਬੰਗਾਲੀ, ਮਰਾਠੀ। ਤੇ ਜੇ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਸ ਦੇ ਉਪ ਸੱਭਿਆਚਾਰ ਹੋਣਗੇ ਮਲਵਈ ਉਪ ਸੱਭਿਆਚਾਰ, ਮਾਝੀ, ਦੁਆਬੀ, ਪੁਆਧੀ। ਅਗਲਾ ਸਾਡਾ ਪ੍ਰਸ਼ਨ ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਹੈ। ਸੋ ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਰੀਆ, ਇਸੇ ਤਰ੍ਹਾਂ ਅਗਲਾ ਸੱਭਿਆਚਾਰ ਸੀ ਮੁਗਲ ਸੱਭਿਆਚਾਰ, ਫਿਰ ਸਿੱਖੀ ਸੱਭਿਆਚਾਰ ਜਿਹੜਾ ਸੁੱਚ ਦਾ ਸੱਭਿਆਚਾਰ ਸੀ, ਤੇ ਉਸ ਪਿੱਛੋਂ ਅੰਗਰੇਜ਼ੀ ਸੱਭਿਆਚਾਰ ਆਇਆ। ਇਹ ਸਾਰੇ ਵਿਕਾਸ ਪੜਾਅ ਹੋਣਗੇ। ਤੇ ਇਸ ਦੇ ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣਾਂ ਬਾਰੇ ਸਵਾਲ ਹੈ। ਤੇ ਉਸ ਤੋਂ ਅਗਲਾ ਸਵਾਲ, ਸੱਭਿਆਚਾਰ ਜਿਹੜਾ ਪੰਜਾਬੀ ਸੱਭਿਆਚਾਰ ਹੈ ਵਿਸ਼ਵ ਦੇ ਸੱਭਿਆਚਾਰਾਂ ਚੋਂ ਕਿਵੇਂ ਵੱਖਰਾ ਪਛਾਣਿਆ ਜਾਂਦਾ? ਦੋਹਾਂ ਦਾ ਜਵਾਬ ਇੱਕੋ ਦੇ ਵਿੱਚ ਹੀ ਆ। ਸੋ ਇੱਕੋ ਹੀ ਜਵਾਬ ਧਿਆਨ ਨਾਲ ਸੁਣ ਲਓ। ਇਹ ਤੁਹਾਡੇ ਦੋ ਪ੍ਰਸ਼ਨਾਂ ਦਾ ਉੱਤਰ ਹੋਏਗਾ ਕਿ ਪੰਜਾਬੀ ਸੱਭਿਆਚਾਰ ਦੇ ਜਿਹੜੇ ਮੁੱਖ ਲੱਛਣ ਹਨ ਇਹੀ ਇਸ ਨੂੰ ਬਾਕੀ ਸੱਭਿਆਚਾਰਾਂ ਨਾਲੋਂ ਵਿਲੱਖਣ ਦਰਸਾਉਂਦੇ ਹਨ। ਤੇ ਉਹ ਲੱਛਣ ਤੁਸੀਂ ਜਾਣਦੇ ਹੀ ਹੋ। ਪੰਜਾਬੀ ਅਣਖੀਲੇ ਵੀ ਹੁੰਦੇ ਨੇ, ਮਿਹਨਤੀ ਆ, ਕਿਸੇ ਦੇ ਦਰਵਾਜ਼ੇ ਤੇ ਮੰਗਣ ਦੀ ਇਹਨਾਂ ਨੂੰ ਆਦਤ ਨਹੀਂ ਹੈ, ਬਲਕਿ ਆਪ ਹੱਕ ਦੀ ਕਮਾਈ ਕਰਕੇ ਖਾਂਦੇ ਨੇ, ਖੁਸ਼ ਦਿਲ ਹੈ, ਬਹਾਦਰ ਨੇ। ਸੋ ਇਹ ਸਾਡੇ ਪਹਿਲੇ ਸੱਭਿਆਚਾਰ ਵਾਲੇ ਲੇਖ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਸੀ। ਬੱਚੋ, ਸਾਡਾ ਅਗਲਾ ਪਾਠ ਹੈ ਡਾਕਟਰ SS ਵਣਜਾਰਾ ਬੇਦੀ ਵੱਲੋਂ ਲਿਖਿਆ ਪੰਜਾਬ ਦੇ ਮੇਲੇ ਤੇ ਤਿਉਹਾਰ। ਇਸ ਨਾਲ ਸੰਬੰਧਿਤ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੁਸੀਂ ਕਰ ਚੁੱਕੇ ਹੋ ਤੇ ਹੁਣ ਵਾਰੀ ਹੈ ਜਿਹੜੇ ਪੈਰਾਗ੍ਰਾਫ ਟਾਈਪ ਅਸੀਂ 6-7 ਸਤਰਾਂ 'ਚ ਜਿਨ੍ਹਾਂ ਦੇ ਉੱਤਰ ਦੇਣੇ ਹੁੰਦੇ ਆ। ਪਹਿਲਾ ਪ੍ਰਸ਼ਨ, ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੈ? ਸੋ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੇਲਿਆਂ ਦੇ ਵਿੱਚ ਹੀ ਕਿਸੇ ਜਾਤੀ ਦੇ, ਜਾਤ ਦਾ ਮਤਲਬ ਨਹੀਂ ਹੈ ਇੱਥੇ ਜਾਤੀ ਤੋਂ ਮਤਲਬ ਹੈ ਸਾਡੇ ਲੋਕ, ਸੱਭਿਆਚਾਰ ਕਿਸੇ ਕੌਮ ਦਾ। ਸੋ ਉਹ ਉਸ ਖਿੱਤੇ ਦੇ ਲੋਕ ਹੀ ਇਹਨਾਂ ਮੇਲਿਆਂ 'ਚ ਖੁੱਲ੍ਹ ਕੇ ਸਾਹ ਲੈਂਦੇ ਆ, ਆਪਣੀਆਂ ਲੋਕ ਕਲਾਵਾਂ ਨੂੰ ਦਿਖਾਉਂਦੇ ਆ, ਇਹ 'ਚ ਖਰੀਦੋ ਫਰੋਖਤ ਵੀ ਕਰਦੇ ਆ, ਖੁਸ਼ ਰਹਿੰਦੇ ਨੇ। ਇਸ ਲਈ ਮੇਲਿਆਂ ਦੇ ਵਿੱਚ ਜਿਹੜਾ ਸਾਡਾ, ਜਿਵੇਂ ਪੰਜਾਬੀ ਸੱਭਿਆਚਾਰ ਦੀ ਉਦਾਹਰਨ ਦਈਏ ਤਾਂ ਪੰਜਾਬੀ ਜਿਹੜਾ ਬੰਦਾ ਹੈ ਉਹ ਮੇਲਿਆਂ 'ਚ ਬਹੁਤ ਚੰਗੇ ਤਰੀਕੇ ਦੇ ਨਾਲ ਵਿਚਰਦਾ ਤੇ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਕਿ ਕੋਈ ਲਾੜਾ ਫਿਰਦਾ ਹੋਵੇ। ਤੇ ਸਾਡਾ ਅਗਲਾ ਪ੍ਰਸ਼ਨ ਹੈ ਕਿ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ 'ਚ ਸਮਾਇਆ ਹੋਇਆ ਹੈ, ਦੱਸੋ ਕਿਵੇਂ? ਸੋ ਜਿਹੜਾ ਮੇਲਾ ਬੀਜ ਤੌਰ ਤੇ, ਜਿਵੇਂ ਇੱਕ ਬੀਜ ਹੁੰਦਾ ਨਾ, ਬੀਜ ਦੇ ਵਿੱਚ ਉਹ ਸਾਰੇ ਕੁਝ ਉਹ ਲੱਛਣ ਹੁੰਦੇ ਆ ਜਿਹੜੇ ਬਾਅਦ ਵਿੱਚ ਇੱਕ ਵੱਡੇ ਦਰਖਤ ਦੇ ਵਿੱਚ ਸਾਨੂੰ ਨਜ਼ਰ ਆਉਣੇ ਹੁੰਦੇ ਆ। ਉਸੇ ਤਰ੍ਹਾਂ ਮੇਲਾ ਇੱਕ ਬੀਜ ਰੂਪ ਦੇ ਵਿੱਚ ਹਰ ਪੰਜਾਬੀ ਦੇ ਆਚਰਣ 'ਚ, ਚਰਿੱਤਰ 'ਚ, ਉਹਦੇ ਸੁਭਾਅ 'ਚ ਸਮਾਇਆ ਹੋਇਆ ਸ਼ਾਮਿਲ ਆ, ਕਿਉਂਕਿ ਮੇਲਿਆਂ 'ਚੋਂ ਹੀ ਕਿਸੇ ਜਾਤੀ ਦੀ, ਕਿਸੇ ਕੌਮ ਦੀ ਨੁਹਾਰ ਪਤਾ ਲੱਗਦੀ ਆ। ਪੰਜਾਬੀ ਤਾਂ ਇਉਂ ਮੰਨ ਲਓ ਕਿ ਦੁਨੀਆ 'ਚ ਆਏ ਹੀ ਮੇਲਾ ਮਨਾਉਣ। ਜਿਵੇਂ ਬਰਾਤ ਦੇ ਵਿੱਚ ਇੱਕ ਲਾੜਾ ਹੁੰਦਾ, ਉਸੇ ਤਰ੍ਹਾਂ ਮੇਲੇ ਦੇ ਵਿੱਚ ਸਭ ਪੰਜਾਬੀ ਲਾੜੇ ਬਣੇ ਫਿਰਦੇ ਹੁੰਦੇ ਆ, ਖੁੱਲ੍ਹ ਕੇ ਹੱਸ ਖੇਡ ਕੇ ਮਨੋਰੰਜਨ ਕਰਦੇ ਆ ਤੇ ਆਪਣੇ ਚਾਅ ਮਲਾਰ ਪੂਰੇ ਕਰਦੇ ਆ। ਹੋਰ ਤਾਂ ਹੋਰ ਮੇਲਾ ਸਾਡਾ ਇੱਕ ਤਰ੍ਹਾਂ ਨਾਲ ਸੱਭਿਆਚਾਰਕ ਤੇ ਆਪਸੀ ਸਾਂਝ ਦਾ ਪ੍ਰਤੀਕ ਵੀ ਆ, ਮੇਲ ਜੋਲ ਦਾ ਸਾਧਨ ਵੀ ਹੈ। ਅਗਲਾ ਪ੍ਰਸ਼ਨ ਹੈ ਜੀ ਕਿ ਪੰਜਾਬ ਦੇ ਮੇਲਿਆਂ ਦੇ ਵਿੱਚ ਕਿਹੜੀ ਵਿਸ਼ੇਸ਼ਤਾ ਨਜ਼ਰ ਆਉਂਦੀ ਹੈ? ਸੋ ਵੱਡੀ ਵਿਸ਼ੇਸ਼ਤਾ ਤਾਂ ਇਹ ਆ ਕਿ ਪੰਜਾਬੀ ਮੇਲੇ ਮੌਸਮੀ ਆ, ਵਧੇਰੇ ਕਰਕੇ ਮੌਸਮੀ ਮੇਲੇ ਨੇ, ਰੁੱਤਾਂ ਨਾਲ ਸੰਬੰਧਿਤ ਆ। ਅਗਲੀ ਵਿਸ਼ੇਸ਼ਤਾ, ਜੋਸ਼ ਨਾਲ ਭਰਪੂਰ ਹੁੰਦੇ ਨੇ। ਪੰਜਾਬੀ ਆ ਜਿਹੜੇ ਜਿੱਥੇ ਵੀ ਚਾਰ ਪੰਜਾਬੀ ਇਕੱਠੇ ਹੋ ਜਾਣ ਇਹ ਤਾਂ ਤੁਰਦਾ ਫਿਰਦਾ ਮੇਲਾ ਸਿਰਜ ਲੈਂਦੇ ਨੇ।
ਤੇ ਇੱਕ ਵਿਸ਼ੇਸ਼ਤਾ ਇਹ ਵੀ ਕਿ ਸਾਡੇ ਮੇਲਿਆਂ 'ਚ ਖੁੱਲ੍ਹ ਕੇ ਖਰੀਦਦਾਰੀ ਵੀ ਹੁੰਦੀ ਆ ਤੇ ਸਾਡੀ ਲੋਕ ਕਲਾ ਜਿਹੜੀ ਉਸ ਦਾ ਪ੍ਰਗਟਾਵਾ ਵੀ ਹੁੰਦਾ। ਪੰਜਾਬ ਦੇ ਮੁੱਖ ਮੌਸਮੀ ਮੇਲਿਆਂ ਦੀ ਜੇ ਗੱਲ ਕਰੀਏ ਤੇ ਇੱਕ ਮੇਲੇ ਤੇ ਨੋਟ ਲਿਖਣ ਲਈ ਤੁਹਾਨੂੰ ਇੱਕ ਪ੍ਰਸ਼ਨ ਆਇਆ। ਸੋ ਮੁੱਖ ਮੌਸਮੀ ਮੇਲੇ ਸਾਡੇ ਉਹ ਹਨ ਜਿਹੜੇ ਰੁੱਤਾਂ ਨਾਲ ਸੰਬੰਧਿਤ ਹਨ, ਜਿਵੇਂ ਸਾਉਣ ਦੇ ਮਹੀਨੇ ਵਰਖਾ ਰੁੱਤ ਵਿੱਚ ਤੀਆਂ ਦਾ ਮੇਲਾ, ਇਸੇ ਤਰ੍ਹਾਂ ਬਸੰਤ ਰੁੱਤ ਵਿੱਚ ਬਸੰਤ ਦਾ ਮੇਲਾ। ਤੇ ਕਿਸੇ ਇੱਕ ਮੇਲੇ ਤੇ ਨੋਟ ਲਿਖਣਾ, ਭਾਵੇਂ ਤੁਸੀਂ ਬਸੰਤ ਦੇ ਮੇਲੇ ਤੇ ਨੋਟ ਲਿਖਦੇ ਹੋ ਤੇ ਯਾਦ ਕਰ ਲਓ ਉਹੀ ਸਭ ਕੁਝ, ਕਿਵੇਂ ਬਹਾਰ ਆਈ ਹੁੰਦੀ ਆ ਖੇਤਾਂ ਵਿੱਚ, ਪੀਲੇ ਰੰਗ ਦੇ ਕੱਪੜੇ ਪਾਏ ਜਾਂਦੇ ਨੇ, ਜਾਂ ਫਿਰ ਤੁਸੀਂ ਤੀਆਂ ਦਾ ਮੇਲਾ ਯਾਦ ਕਰ ਲਿਓ ਤੇ ਗਿੱਧੇ ਦੀਆਂ ਬੋਲੀਆਂ ਲਿਖਣਾ ਨਾ ਭੁੱਲਿਓ। ਅਗਲਾ ਪ੍ਰਸ਼ਨ ਹੈ ਜੀ ਕਿ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ ਆ? ਸੋ ਇੱਕ ਛੋਟਾ ਜਿਹਾ ਸਵਾਲ ਇੱਥੇ ਤੁਹਾਡੇ ਲਈ, ਸਰਪ ਪੂਜਾ ਕਿਸ ਨੂੰ ਕਹਿੰਦੇ ਆ? ਬਿਲਕੁਲ ਤੁਹਾਨੂੰ ਤਾਂ ਪੂਰਾ ਯਾਦ ਹੈ ਜੀ, ਸਰਪ ਸੱਪਾਂ ਨਾਲ ਸੰਬੰਧਿਤ ਪੂਜਾ। ਸੋ ਭਾਵੇਂ ਖੇਤਾਂ 'ਚ ਨਾਗ ਮਾਹ ਵੀ ਮਨਾਏ ਜਾਂਦੇ ਸੀ, ਪਰ ਗੁੱਗੇ ਨਾਲ ਸੰਬੰਧਿਤ ਜਿਹੜਾ ਅਸਲੀ ਮੇਲਾ ਮਸ਼ਹੂਰ ਹੈ ਉਹ ਹੈ ਲੁਧਿਆਣੇ ਦੇ ਵਿੱਚ ਲੱਗਦਾ ਛਪਾਰ ਦਾ ਮੇਲਾ। ਸੋ ਤੁਸੀਂ ਇਹ ਚੀਜ਼ ਦਾ ਜ਼ਿਕਰ ਕਰਨਾ। ਤੇ ਅਗਲਾ ਪ੍ਰਸ਼ਨ ਹੈ ਸਾਡਾ, ਦੇਵੀ ਮਾਤਾ ਦੇ ਮੇਲਿਆਂ ਦਾ ਪਿਛੋਕੜ ਕੀ ਹੈ? ਸੋ ਇਹ ਸਿੰਧ ਘਾਟੀ ਦੀ ਸੱਭਿਅਤਾ ਤੱਕ ਸਾਨੂੰ ਜਾਣਾ ਪੈਣਾ, ਯਾਦ ਕਰਨਾ ਕਿਵੇਂ ਹੜੱਪਾ ਤੇ ਮਹੰਜੋ ਦੜੋ ਦੀ ਖੁਦਾਈ ਮੌਕੇ ਦੇਵੀ ਮਾਤਾ ਦੀ ਮੂਰਤੀ ਮਿਲੀ ਸੀ, ਉਸ ਪਿੱਛੋਂ ਜਵਾਲਾ ਜੀ, ਚਿੰਤਪੁਰਨੀ ਜੀ, ਸੋ ਇਹਨਾਂ ਸਥਾਨਾਂ ਤੇ ਮਨਸਾ ਦੇਵੀ, ਅਲੱਗ-ਅਲੱਗ ਥਾਵਾਂ ਤੇ ਦੇਵੀ ਮਾਤਾ ਦੇ ਮੇਲੇ ਲੱਗਦੇ ਆ। ਤੇ ਸਭ ਤੋਂ ਪ੍ਰਸਿੱਧ ਮੇਲਾ ਹੈ ਜਰਗ ਦਾ ਮੇਲਾ, ਜਿਹਦੇ ਵਿੱਚ ਖੋਤਿਆਂ ਦੀ ਬੜੀ ਕਦਰ ਆ, ਉਹਨਾਂ ਨੂੰ ਦੇਵੀ ਮਾਤਾ ਦੇ ਵਾਹਨ ਵਜੋਂ ਸਵੀਕਾਰਿਆ ਜਾਂਦਾ, ਉਹਨਾਂ ਨੂੰ ਬੇਹੇ ਗੁਲਗੁਲੇ ਜਾਂ ਬੈੜੀਏ ਖਵਾਏ ਜਾਂਦੇ ਆ ਤੇ ਇਸ ਮੇਲੇ ਨੂੰ ਬੈੜੀਏ ਦਾ ਮੇਲਾ ਵੀ ਕਿਹਾ ਜਾਂਦਾ। ਤੇ ਸਾਡਾ ਇੱਕ ਪ੍ਰਸ਼ਨ ਇਹ ਵੀ ਹੈ ਕਿ ਗੁਰੂ ਸਾਹਿਬਾਨ ਦੀ ਸਿਮਰਤੀ ਮਤਲਬ ਯਾਦ ਵਿੱਚ ਕਿਹੜੇ-ਕਿਹੜੇ ਮੇਲੇ ਲੱਗਦੇ ਆ? ਸੋ ਇਹਨਾਂ ਦੇ ਵਿੱਚ ਜਿੱਥੇ ਗੁਰਪੁਰਬ ਹੈ, ਉਸ ਤੋਂ ਇਲਾਵਾ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਇਸ ਦੀ ਗੱਲ ਵੀ ਕਰਨੀ ਆ ਤੁਸੀਂ, ਮਾਘੀ ਦਾ ਜਿਹੜਾ ਮੁਕਤਸਰ ਦਾ ਮੇਲਾ ਹੁੰਦਾ ਉਸ ਦੀ ਗੱਲ ਕਰਨੀ ਆ, ਤੇ ਫਤਿਹਗੜ੍ਹ ਸਾਹਿਬ ਵਿਖੇ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਜੋੜ ਮੇਲਾ ਲੱਗਦਾ ਉਸ ਦੀ ਗੱਲ ਵੀ ਜ਼ਰੂਰ ਕਰਨੀ ਹੈ। ਤੇ ਆਖਰੀ ਪ੍ਰਸ਼ਨ ਹੈ ਕਿ ਪੰਜਾਬ ਵਿੱਚ ਤਿੱਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਆ? ਤਿੱਥਾਂ ਮਤਲਬ ਤਰੀਕਾਂ। ਸੋ ਹੁਣ ਦੇਸੀ ਮਹੀਨਿਆਂ ਵਾਲਾ ਤੁਸੀਂ ਆਪਣਾ ਪੂਰਾ ਕੈਲੰਡਰ ਯਾਦ ਕਰਨਾ, ਕਿਸ ਤਰ੍ਹਾਂ ਨਾਲ ਚੇਤ ਤੋਂ ਲੈ ਕੇ ਚੇਤ ਵਿੱਚ ਨਵਾਂ ਸੰਮਤ, ਨਵਾਂ ਸਾਲ ਮਨਾਇਆ ਜਾਂਦਾ। ਵਿਸਾਖੀ ਦੇ ਵਿੱਚ ਜਿਹੜਾ ਵਿਸਾਖ 'ਚ ਵਿਸਾਖੀ ਦਾ ਇਹ ਤਿਉਹਾਰ ਆ, ਇਹਦਾ ਜ਼ਿਕਰ ਤੁਹਾਡੀ ਕਿਤਾਬ ਵਿੱਚ ਭਾਵੇਂ ਨਹੀਂ ਹੈ, ਪਰ ਬੱਚਿਓ ਨੋਟ ਕਰ ਲਓ, ਤੁਸੀਂ ਜ਼ਰੂਰ ਲਿਖਣਾ ਕਿ ਵਿਸਾਖ ਵਿੱਚ ਵਿਸਾਖੀ ਦਾ ਤਿਉਹਾਰ ਫਸਲਾਂ ਪੱਕਣ ਤੇ ਮਨਾਇਆ ਜਾਂਦਾ, ਫਸਲ ਦੀ ਕਟਾਈ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਜੇਠ ਹਾੜ ਦੇ ਵਿੱਚ ਭਾਵੇਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪੁਰਬ ਨੂੰ ਮਨਾਉਂਦੇ ਆ, ਕੋਈ ਹੋਰ ਸਾਡਾ ਮੇਲਾ ਜਾਂ ਤਿਉਹਾਰ ਨਹੀਂ ਹੁੰਦਾ, ਪਰ ਨਾਲ ਹੀ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਹੁੰਦਾ। ਇਸੇ ਤਰ੍ਹਾਂ ਅੱਗੇ ਚੱਲਦੇ ਹਾਂ ਅਸੀਂ ਭਾਦੋਂ ਮਹੀਨੇ ਦੇ ਤਿਉਹਾਰਾਂ ਬਾਰੇ, ਜਿਹਦੇ ਵਿੱਚ ਮੁੱਖ ਤੌਰ ਤੇ ਇੱਕ ਵਿਸ਼ੇਸ਼ ਤਿਉਹਾਰ ਹੈ ਗੁੱਗਾ ਨੌਮੀ ਦਾ ਤਿਉਹਾਰ। ਇਸੇ ਤਰ੍ਹਾਂ ਅੱਸੂ ਦੇ ਮਹੀਨੇ ਪਿਤਰਾਂ ਦੀ ਪੂਜਾ ਕੀਤੀ ਜਾਂਦੀ ਹੈ, ਸਰਾਧ ਕੀਤੇ ਜਾਂਦੇ ਨੇ। ਕੱਤਕ ਦੇ ਮਹੀਨੇ ਦਾ ਮੁੱਖ ਤਿਉਹਾਰ ਦੀਵਾਲੀ ਹੈ, ਗੁਰਪੁਰਬ ਵੀ ਤੇ ਸੁਹਾਗਣਾਂ ਦਾ ਕਰਵਾ ਚੌਥ ਵੀ ਮਨਾਇਆ ਜਾਂਦਾ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰਦੇ ਹਾਂ ਪੋਹ ਦੀ, ਤਾਂ ਪੋਹ ਵਿੱਚ ਲੋਹੜੀ ਹੁੰਦੀ ਹੈ, ਮਾਘ ਵਿੱਚ ਮਾਘੀ ਦਾ ਤਿਉਹਾਰ ਆ, ਹੋਲੀ 'ਚ ਸ਼ਿਵਰਾਤਰੀ, ਮਾਫ ਕਰਨਾ, ਫੱਗਣ ਦੇ ਵਿੱਚ ਸ਼ਿਵਰਾਤਰੀ ਤੇ ਹੋਲੀ ਦਾ ਤਿਉਹਾਰ ਹੁੰਦਾ ਹੈ। ਸੋ ਇਹਦੇ ਨਾਲ ਹੀ ਸਾਡਾ ਇਹ ਚੈਪਟਰ ਕੰਪਲੀਟ ਹੁੰਦਾ। ਪੰਜਾਬ ਦੇ ਰਸਮ ਰਿਵਾਜ, ਇਹਨਾਂ ਦੀ ਗੱਲ ਛੇਤੀ ਕਰਦੇ ਆ ਬੱਚੋ, ਪੇਪਰ ਨੇੜੇ ਆ, ਸੋ ਛੇਤੀ ਤਿਆਰੀ ਕਰਨੀ ਆ, ਛੇਤੀ ਬੋਲੂਗੀ ਤੇ ਤੁਸੀਂ ਉਸ ਨੂੰ ਯਾਦ ਕਰਦੇ ਜਾਣਾ। ਪਹਿਲਾ ਸਵਾਲ, ਮਨੁੱਖੀ ਜੀਵਨ 'ਚ ਰਸਮ ਰਿਵਾਜਾਂ ਦਾ ਮਹੱਤਵ ਕੀ ਹੈ? ਸੋ ਸਾਡੀ ਖੁਸ਼ੀ, ਗਮੀ, ਸਾਰੇ ਮੌਕਿਆਂ ਲਈ, ਸਾਡੀਆਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਰਸਮ ਰਿਵਾਜ ਕੰਮ ਕਰਦੇ ਹਨ। ਦੂਸਰਾ ਪ੍ਰਸ਼ਨ, ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਹਨ? ਇੱਕ ਤਾਂ ਇਹੀ ਹੋ ਗਿਆ ਕਿ ਸਾਡੇ ਖੁਸ਼ੀ ਦੇ, ਦੁੱਖ ਦੇ ਮੌਕਿਆਂ ਤੇ ਸਾਡਾ ਸਾਥ ਨਿਭਾਉਣ ਲਈ, ਰਿਸ਼ਤੇ ਨਾਤਿਆਂ ਵਿੱਚ ਮੇਲ ਜੋਲ ਰੱਖਣ ਲਈ ਰਸਮ ਰਿਵਾਜ ਪੈਦਾ ਕੀਤੇ ਗਏ। ਤੇ ਵੱਡਾ ਕਾਰਨ ਸੀ ਕਿ ਆਦਿ ਮਾਨਵ, ਜਿਹੜਾ ਪੁਰਾਣਾ ਮਨੁੱਖ ਸੀ, ਉਹ ਬੜਾ ਡਰਦਾ ਹੁੰਦਾ ਸੀ ਕੁਦਰਤੀ ਆਫਤਾਂ ਤੋਂ, ਆਕਾਸ਼ੀ ਬਿਜਲੀ ਦੀ ਕੜਕ ਤੋਂ ਵੀ ਡਰਦਾ ਸੀ, ਮੀਂਹ ਤੋਂ ਵੀ ਡਰਦਾ ਸੀ, ਹੜ੍ਹ, ਭੁਚਾਲ, ਸਾਰੀਆਂ ਕੁਦਰਤੀ ਆਫਤਾਂ ਤੋਂ ਡਰਦਾ ਸੀ, ਅੱਗ ਤੋਂ ਡਰਦਾ ਸੀ, ਪਾਣੀ ਤੋਂ ਡਰਦਾ ਸੀ। ਇਸ ਲਈ ਉਸ ਨੇ
ਦੇਵੀ ਦੇਵਤਿਆਂ ਨੂੰ ਤੇ ਕੁਦਰਤ ਨੂੰ ਖੁਸ਼ ਕਰਨ ਲਈ, ਇਹਨਾਂ ਤਾਕਤਾਂ ਨੂੰ ਰਿਝਾਉਣ ਲਈ, ਪਤਿਆਉਣ ਲਈ ਰਸਮ ਰਿਵਾਜ ਪੈਦਾ ਕੀਤੇ। ਤੀਸਰਾ ਪ੍ਰਸ਼ਨ ਹੈ ਕਿ ਜੀਵ ਦੇ ਜਨਮ ਨਾਲ ਸੰਬੰਧਿਤ ਰਸਮ ਰਿਵਾਜ ਕਿਹੜੇ ਹਨ। ਸੋ ਇਹਦੇ ਬਾਰੇ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਜਿਹੜੇ ਰਸਮ ਰਿਵਾਜ ਹੈ ਤਾਂ ਜੀਵ ਦੇ, ਮਨੁੱਖ ਦੇ ਜਨਮ ਲੈਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਸੋ ਇੱਕ ਗਰਭਵਤੀ ਔਰਤ ਨੂੰ ਜਿੱਥੇ ਅਨਾਜ ਉਹਦੇ ਪੱਲੇ ਬੰਨਿਆ ਜਾਂਦਾ, ਪੇਕੇ ਭੇਜਣ ਦਾ ਰਿਵਾਜ ਆ, ਉਸੇ ਤਰ੍ਹਾਂ ਜਨਮ ਤੋਂ ਇੱਕਦਮ ਬਾਅਦ ਮਾਂ ਤੇ ਬੱਚੇ ਨੂੰ ਧੂਫ ਦੇਣ ਦੀ ਰਸਮ ਹੁੰਦੀ ਆ। ਗੁੜਤੀ ਦੀ ਰਸਮ ਬਹੁਤ ਮਹੱਤਵਪੂਰਨ ਆ, ਤੁਸੀਂ ਸਾਰੇ ਜਾਣਦੇ ਹੋ। ਭੇਡ ਬੱਕਰੀ ਦੇ ਦੁੱਧ ਦੇ ਨਾਲ ਜਿਹੜੀ ਰੂਹ ਹੁੰਦੀ ਆ, ਉਸ ਦੀ ਛੋਟੀ ਜਿਹੀ ਪੂਣੀ ਜਾਂ ਫੰਬਾ ਲੈ ਕੇ ਬੱਚੇ ਦੇ ਮੂੰਹ ਨੂੰ ਲਾਇਆ ਜਾਂਦਾ ਤੇ ਮੰਨਿਆ ਜਾਂਦਾ ਕਿ ਗੁੜਤੀ ਦੇਣ ਵਾਲੇ ਬੰਦੇ ਵਰਗਾ ਸੁਭਾਅ ਹੁੰਦਾ ਹੈ ਨਵਜਾਤ ਬੱਚੇ ਦਾ। ਸੋ ਉਸ ਤੋਂ ਬਾਅਦ ਵਿੱਚ ਬਾਹਰ ਵਧਾਉਣ ਦੀ ਰਸਮ 13ਵੇਂ ਦਿਨ ਹੁੰਦੀ ਆ ਤੇ ਹੋਰ ਵੀ ਬਹੁਤ ਸਾਰੀਆਂ ਰਸਮਾਂ ਨੇ, ਜਿਵੇਂ ਨਾਮਕਰਨ ਦੀ ਰਸਮ ਹੁੰਦੀ ਆ, ਕਿਤੇ ਕਿਤੇ ਜਿਹੜੀ ਛਟੀ ਦੀ, ਤੇ ਫਿਰ ਸਾਲ ਬਾਅਦ ਲੋਹੜੀ ਦੀ ਰਸਮ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਕਿ ਪਹਿਲੇ ਸਮਿਆਂ 'ਚ ਮੁੰਡੇ ਤੇ ਕੁੜੀ ਦੇ ਜਨਮ ਸਮੇਂ ਕਿੰਨਾ ਕੁ ਵਿਤਕਰਾ ਹੁੰਦਾ ਸੀ ਤੇ ਅੱਜ ਕੱਲ੍ਹ ਕਿਉਂ ਤੇ ਕਿਵੇਂ ਘਟ ਰਿਹਾ। ਸੋ ਵਿਤਕਰਾ ਇਹੀ ਸੀ ਕਿ ਜੋ ਲੱਡੂ ਵੰਡਣੇ ਆ, ਮਠਿਆਈਆਂ ਵੰਡਣੀਆਂ, ਸਿਹਰੇ ਬੰਨਣੇ ਆ, ਸਾਰੇ ਦੇ ਸਾਰੇ ਰਸਮ ਰਿਵਾਜ ਮੁੰਡੇ ਲਈ ਕੀਤੇ ਜਾਂਦੇ ਸੀ। ਇਹ ਪੰਜਾਬੀ ਸੱਭਿਆਚਾਰ ਦਾ ਇੱਕ ਬੜਾ ਨਾਪੱਖੀ ਪੱਖ ਵੀ ਆ ਕਿ ਕੁੜੀ ਦੇ ਜੰਮਣ ਤੇ ਤਾਂ ਸੋਗ ਪੈ ਜਾਂਦਾ ਸੀ। ਹਾਂ, ਕੋਈ ਵਣਜਾਰਾ ਆਉਂਦਾ ਤਾਂ ਉਹ ਆ ਕੇ ਉਸ ਦੇ ਕੰਨ ਵਿੰਨ ਜਾਂਦਾ ਸੀ, ਜਿਸ ਨੂੰ ਕੰਨ ਵਿਧ ਸੰਸਕਾਰ ਕਿਹਾ ਜਾਂਦਾ ਸੀ। ਪਰ ਅੱਜ ਕੱਲ੍ਹ ਕੁੜੀਆਂ ਪੜ੍ਹ ਲਿਖ ਕੇ ਕਮਾਉਣ ਲੱਗ ਗਈਆਂ ਨੇ, ਨੌਕਰੀ ਕਰਦੀਆਂ ਨੇ, ਆਪਣੇ ਹੱਕਾਂ ਲਈ ਸੁਚੇਤ ਹੋ ਗਈਆਂ ਨੇ। ਇਸ ਕਰਕੇ ਇਹ ਵਿਤਕਰਾ ਬਹੁਤ ਘਟ ਗਿਆ। ਕੁੜੀਆਂ ਦੀ ਲੋਹੜੀ ਦਾ ਵੀ ਰਿਵਾਜ ਹੈ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਨਵੀਂ ਰਸਮ ਤੋਂ ਜਾਣੂ ਹੋਵੋਗੇ। ਅਗਲਾ ਪ੍ਰਸ਼ਨ ਹੈ ਜੀ ਕਿ ਵਿਆਹ ਦੇ ਨਾਲ ਸੰਬੰਧਿਤ ਕਿਹੜੇ ਰਸਮ ਰਿਵਾਜ ਹਨ ਤੇ ਇਹਨਾਂ 'ਚ ਕੀ ਤਬਦੀਲੀ ਆ ਰਹੀ ਹੈ। ਬਹੁਤ ਵਿਸਥਾਰ 'ਚ ਤੁਸੀਂ ਵੀ ਜਾਣਦੇ ਹੋ, ਤੁਹਾਡੀ ਇਸ ਕਿਤਾਬ ਦੇ ਵਿੱਚ ਵੀ ਦਿੱਤਾ ਹੋਇਆ। ਵਿਆਹ ਤੋਂ ਪਹਿਲਾਂ ਵੀ ਬੜੀਆਂ ਰਸਮਾਂ ਹੁੰਦੀਆਂ, ਜਿਵੇਂ ਜਦੋਂ ਰਿਸ਼ਤਾ ਪੱਕਾ ਕੀਤਾ ਜਾਂਦਾ, ਰੋਕਾ ਹੁੰਦਾ। ਇਸੇ ਤਰ੍ਹਾਂ ਸਾਹੇ, ਲਗਨ, ਚਿੱਠੀ ਜਿਹੜੀ ਭੇਜੀ ਜਾਂਦੀ ਆ, ਫਿਰ ਥੜੇ ਪਾਇਆ ਜਾਂਦਾ ਜਾਂ ਸਾਹੇ ਲੱਤ ਬੰਨਣ ਦੀ ਰਸਮ ਹੈ ਕਿ ਮੁੰਡਾ ਕੁੜੀ ਨੂੰ ਘਰੋਂ ਬਾਹਰ ਨਿਕਲਣ ਤੋਂ ਪੂਰੀ ਤਰ੍ਹਾਂ ਨਾਲ ਰੋਕਿਆ ਜਾਂਦਾ। ਕੜਾਹੀ ਚੜਾਈ ਦੀ ਰਸਮ ਤਾਂ ਬੱਚੇ ਬਹੁਤ ਪਸੰਦ ਕਰਦੇ ਆ ਕਿ ਤੁਹਾਨੂੰ ਉੱਥੇ ਖਾਣ ਪੀਣ ਨੂੰ ਬਹੁਤ ਕੁਝ ਮਿਲ ਜਾਂਦਾ। ਇਸੇ ਤਰ੍ਹਾਂ ਫਿਰ ਜਦੋਂ ਵਿਆਹ ਨੇੜੇ ਆਉਂਦਾ, ਮੁੰਡਾ ਕੁੜੀ ਦੋਹਾਂ ਦੇ ਇਹਨਾਂ ਦੋਹਾਂ ਦੇ ਲਈ ਜਿੱਥੇ ਸਗਾਈ ਦੀ ਜਾਂ ਮੰਗਣੀ ਦੀ ਰਸਮ ਹੁੰਦੀ ਹੈ, ਉਸ ਪਿੱਛੋਂ ਵਟਣਾ ਮਲਿਆ ਜਾਂਦਾ। ਵਿਆਹ ਵਾਲੇ ਦਿਨ ਲਾੜੇ ਨੂੰ ਘੋੜੀ ਚੜਾਉਣ ਦੀ ਰੀਤ ਹੁੰਦੀ ਹੈ ਭੈਣ ਵੱਲੋਂ ਤੇ ਭਾਬੀ ਵੱਲੋਂ ਸੁਰਮਾ ਪਵਾਈ, ਇਹ ਰਸਮ ਹੁੰਦੀ ਆ। ਜਦੋਂ ਜੰਝ ਪਹੁੰਚਦੀ ਆ ਤਾਂ ਕੁੜੀ ਵਾਲਿਆਂ ਵਾਲੇ ਪਾਸੇ ਮਿਲਣੀ ਕੀਤੀ ਜਾਂਦੀ ਆ, ਵਰੀ ਦਿਖਾਈ ਜਾਂਦੀ ਆ, ਖੱਟ ਵਿਖਾਈ ਜਾਂਦੀ ਆ ਤੇ ਸਭ ਤੋਂ ਮੁੱਖ ਰਸਮ ਤਾਂ ਹੁੰਦੀ ਆ ਸਿੱਖਾਂ ਵਿੱਚ ਆਨੰਦ ਕਾਰਜ ਦੀ, ਹਿੰਦੂਆਂ ਵਿੱਚ 7 ਫੇਰਿਆਂ ਦੀ, ਕਿਉਂਕਿ ਜੇ ਸਿੱਖ 4 ਲਾਵਾਂ ਲੈਂਦੇ ਆ ਤਾਂ ਹਿੰਦੂ 7 ਫੇਰਿਆਂ ਦੀ ਰਸਮ ਅਦਾ ਕਰਦੇ ਆ, ਤੇ ਮੁਸਲਿਮ ਭਾਈਚਾਰੇ 'ਚ ਨਿਕਾਹ ਦੀ ਰਸਮ ਹੁੰਦੀ ਆ। ਉਸ ਪਿੱਛੋਂ ਡੋਲੀ ਦੀ ਵਿਦਾਈ ਹੁੰਦੀ ਆ ਤੇ ਮੁੰਡੇ ਵਾਲੇ ਘਰ ਜਾ ਕੇ ਵੀ ਬਹੁਤ ਸਾਰੀਆਂ ਰਸਮਾਂ, ਜਿਨ੍ਹਾਂ ਬਾਰੇ ਤੁਹਾਨੂੰ ਵੱਖਰਾ ਪ੍ਰਸ਼ਨ ਵੀ ਆਉਂਦਾ, ਤੇ ਉਹ ਰਸਮਾਂ ਹੁੰਦੀਆਂ ਜਿਵੇਂ ਸੱਸ ਵੱਲੋਂ ਵਾਰਨੇ ਉਹ 7 ਵਾਰੀ ਪਾਣੀ ਵਾਰ ਕੇ ਪੀਣਾ ਚਾਹੁੰਦੀ ਆ। ਛਟੀ ਦੀ ਰਸਮ ਆ, ਕੰਗਣਾ ਖੇਡਣ ਦੀ ਰਸਮ ਹੁੰਦੀ ਆ ਤੇ ਛੋਟੀ ਨਣਦ ਵੱਲੋਂ ਪੇਟੀ ਖੁਲਾਈ ਦੀ ਰਸਮ ਵੀ ਹੁੰਦੀ ਆ। ਅੱਜ ਕੱਲ੍ਹ ਤਬਦੀਲੀ ਇਹਨਾਂ 'ਚ ਇਹ ਆ ਗਈ ਆ ਕਿ ਹੁਣ ਤਾਂ ਮੈਰਿਜ ਪੈਲੇਸਿਸ ਦੇ ਵਿੱਚ ਵਿਆਹ ਹੋਣ ਲੱਗ ਗਏ ਆ, ਰਿੰਗ ਸੈਰੇਮਨੀ ਹੁੰਦੀ ਆ ਤੇ ਵਿਆਹ ਤੋਂ ਪਹਿਲਾਂ ਵੀ ਜਾਗੋ ਤੇ ਬਾਅਦ ਵਿੱਚ ਵੀ ਡੀਜੇ ਲਾ ਕੇ ਨੱਚਣ ਦਾ ਰਿਵਾਜ ਹੋ ਗਿਆ। ਕਿਤੇ ਕਿਤੇ ਸਾਦਾ ਵਿਆਹ ਜਾਂ ਕੋਰਟ ਮੈਰਿਜਸ, ਅਦਾਲਤੀ ਵਿਆਹ ਵੀ ਹੋਣ ਲੱਗ ਪਏ ਆ। ਅਗਲਾ ਸਾਡਾ ਪ੍ਰਸ਼ਨ ਹੈ ਕਿ ਜੀਵ ਦੀ ਮੌਤ ਹੋਣ ਤੇ ਕਿਹੜੀਆਂ ਰਸਮਾਂ ਹੁੰਦੀਆਂ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਜਦੋਂ ਕੋਈ ਕਿਸੇ ਦੇ ਘੰਡ ਵੱਜਣ ਲੱਗੇ, ਇੱਥੋਂ ਆਵਾਜ਼ ਆਉਣ ਲੱਗਦੀ ਹੈ ਗਲੇ 'ਚੋਂ, ਤਾਂ ਉਹਨੂੰ ਹੇਠਾਂ ਲਟਾਇਆ ਜਾਂਦਾ। ਜਦੇ ਹੀ ਆਲੇ ਦੁਆਲੇ ਵਾਲੇ ਆ ਕੇ ਵੈਣ ਪਾਉਣ ਲੱਗ ਜਾਂਦੇ ਆ। ਫਿਰ ਮੁਰਦਾ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ। 4 ਜਣੇ ਕਾਨੀ ਲੱਗ ਕੇ ਉਸ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ। ਉੱਥੇ ਜਿੱਥੇ ਚਿਤਾ ਨੂੰ ਜਿਹੜੀ ਲੱਕੜੀ ਹੁੰਦੀ ਆ ਉਸ ਨੂੰ ਅੱਗ ਲਗਾਈ ਜਾਂਦੀ ਆ ਵੱਡੇ ਪੁੱਤਰ ਵੱਲੋਂ। ਤਾਂ ਨਾਲ ਹੀ ਜਿਹੜੀ ਮੁਰਦੇ ਦੀ ਖੋਪਰੀ ਹੁੰਦੀ ਆ ਉਹਨੂੰ ਇੱਕ ਡੰਡੇ ਨਾਲ ਠਕੋਰ ਕੇ ਕਪਾਲ ਕਿਰਿਆ ਕੀਤੀ ਜਾਂਦੀ ਆ। ਅੱਕੋਂ ਕੌੜਾ ਜਾਂ ਨਿੰਮੋ ਕੌੜਾ ਕੀਤਾ ਜਾਂਦਾ, ਮੁਰਦੇ ਨਾਲੋਂ ਸਾਕ ਤੋੜਿਆ ਜਾਂਦਾ। ਤੀਜੇ ਦਿਨ ਫੁੱਲ ਚੁਗੇ ਜਾਂਦੇ ਨੇ, ਹਰਿਦੁਆਰ ਜਾਂ ਫਿਰ ਕੀਰਤਪੁਰ ਸਾਹਿਬ ਦੇ ਵਿੱਚ ਪ੍ਰਵਾਹਿਤ ਕੀਤੇ ਜਾਂਦੇ ਆ। ਰਸਮ ਪਗੜੀ ਜਾਂ ਭੋਗ ਦੀ ਜਿਹੜੀ ਇਹ ਹੁੰਦੀ ਆ ਰਸਮ ਹੁੰਦੀ ਆ ਤੇ ਮੁਸਲਿਮ ਭਾਈਚਾਰੇ ਦੇ ਵਿੱਚ ਮੁਰਦੇ ਨੂੰ ਦਫਨਾਇਆ ਜਾਂਦਾ।
ਆਖਰੀ ਪ੍ਰਸ਼ਨ ਵੀ ਤੁਹਾਡਾ ਇਹੀ ਹੈ ਕਿ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਕੀ ਭਿੰਨਤਾ ਰਸਮ ਰਿਵਾਜਾਂ ਦੇ ਪੱਖ ਤੋਂ। ਸੋ ਉਹਦੇ ਵਿੱਚ ਆਪਾਂ ਤਿੰਨੋਂ ਹੀ ਆਸਪੈਕਟਸ ਲਵਾਂਗੇ, ਤਿੰਨੋਂ ਪੱਖ ਲਵਾਂਗੇ। ਪਹਿਲਾਂ ਜਨਮ ਮੌਕੇ, ਜਿੱਥੇ ਸਿੱਖ ਭਾਈਚਾਰੇ ਦੇ ਵਿੱਚ ਨਾਮਕਰਨ ਹੁੰਦਾ ਕਿ ਅਸੀਂ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਅੱਖਰ ਕੱਢ ਕੇ ਨਾਂ ਰੱਖਦੇ ਹਾਂ। ਹਿੰਦੂ ਜਿਹੜੀ ਰਸਮ ਕਰਦੇ ਨੇ ਮੁੰਡਨ ਦੀ, ਤੇ ਮੁਸਲਿਮ ਭਾਈਚਾਰਾ ਉਹ ਸੁੰਨਤ ਦੀ ਰਸਮ ਕਰਦਾ। ਵਿਆਹ ਮੌਕੇ ਵੀ ਇਸੇ ਤਰ੍ਹਾਂ ਹਿੰਦੂ 7 ਫੇਰੇ, ਸਿੱਖ 4 ਲਾਵਾਂ ਤੇ ਮੁਸਲਿਮ ਨਿਕਾਹ ਦੀ ਰਸਮ ਕਰਦੇ ਆ। ਤੇ ਮੌਤ ਪਿੱਛੋਂ ਵੀ ਮੁਰਦੇ ਨੂੰ ਦਫਨਾਉਣ ਦੀ ਰਸਮ ਮੁਸਲਿਮ ਭਾਈਚਾਰੇ ਵਿੱਚ ਹੈ ਤੇ ਜਲਾਉਣ ਦੀ ਰਸਮ ਹਿੰਦੂ ਤੇ ਸਿੱਖ ਭਾਈਚਾਰੇ ਦੇ ਵਿੱਚ ਹੈ। ਪੰਜਾਬ ਦੀਆਂ ਲੋਕ ਖੇਡਾਂ, ਜਿਹੜਾ ਕਿ ਸੁਖਦੇਵ ਸਿੰਘ ਮਾਤਪੁਰੀ ਵੱਲੋਂ ਲਿਖਿਆ ਗਿਆ ਲੇਖ ਹੈ। ਤੁਹਾਨੂੰ ਲੋਕ ਖੇਡਾਂ ਵੈਸੇ ਬੜੀਆਂ ਪਸੰਦ ਨੇ, ਤੇ ਜਦੋਂ ਇਹਨਾਂ ਦੇ ਵਿੱਚੋਂ ਹੀ ਕੋਈ ਪ੍ਰਸ਼ਨ ਆਉਣਾ ਹੋਵੇ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਪੂਰੀ ਰੀਝ ਲਾ ਕੇ ਤੁਸੀਂ ਇਸ ਨੂੰ ਲਿਖਣਾ ਤੇ ਇੱਕ ਵਾਰੀ ਧਿਆਨ ਨਾਲ ਸਮਝ ਲਓ ਕਿ ਕੀ ਉੱਤਰ ਦੇਣਾ ਤੁਸੀਂ। ਪਹਿਲਾ ਪ੍ਰਸ਼ਨ ਆਉਂਦਾ ਹੈ ਜੀ ਕਿ ਸਿੱਧ ਕਰੋ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਬਿਲਕੁਲ ਅਸੀਂ ਜਾਣਦੇ ਹੀ ਹਾਂ ਕਿ ਛੋਟਾ ਜਿਹਾ ਬੱਚਾ ਉਹ ਕਿਵੇਂ ਆਪਣੇ ਹੱਥ ਪੈਰ ਹਿਲਾਉਂਦਾ, ਅੰਗੂਠੇ ਫੜਨ ਦੀ ਕੋਸ਼ਿਸ਼ ਕਰਦਾ। ਸੋ ਖੇਡਣਾ ਤਾਂ ਬਹੁਤ ਜ਼ਰੂਰੀ ਹੈ ਤੇ ਬਚਪਨ ਤੋਂ ਹੀ ਹਰ ਬੱਚੇ ਦੀ ਇਹ ਇਨਸਾਨ ਦੀ ਮੂਲ ਅੰਦਰਲੀ ਇੱਕ ਪ੍ਰਵਿਰਤੀ, ਰੁਝਾਨ ਹੈਗਾ। ਦੂਸਰਾ ਪ੍ਰਸ਼ਨ, ਤੀਸਰਾ ਤੇ ਚੌਥਾ, ਇਹਨਾਂ 3 ਪ੍ਰਸ਼ਨਾਂ ਦਾ ਸਿਰਫ ਇੱਕ ਉੱਤਰ ਮੈਂ ਤੁਹਾਨੂੰ ਸਮਝਾ ਰਹੀ ਹਾਂ। ਇੱਕੋ ਹੀ ਉੱਤਰ ਨਾਲ ਤੁਸੀਂ ਤਿੰਨੇ ਪ੍ਰਸ਼ਨਾਂ ਦਾ ਸਹੀ ਜਵਾਬ ਦੇ ਸਕਦੇ ਹੋ। ਹੁਣ ਦੇਖੋ ਇਹ ਟ੍ਰਿਕ ਕੀ ਆ, ਧਿਆਨ ਨਾਲ ਸੁਣਿਓ। ਪਹਿਲਾ ਪ੍ਰਸ਼ਨ ਸੀ ਕਿ ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਦੂਸਰਾ ਸਾਡਾ ਸੀਗਾ ਪ੍ਰਸ਼ਨ ਕਿ ਲੋਕ ਖੇਡਾਂ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਕਿਵੇਂ ਨਿਭਾਉਂਦੀਆਂ ਹਨ। ਤੇ ਤੀਜਾ ਸਾਡਾ ਸਵਾਲ ਸੀ ਕਿ ਜਿਹੜੀਆਂ ਖੇਡਾਂ ਬੱਚੇ ਦੇ ਅੰਦਰ ਨੈਤਿਕ ਗੁਣ ਕਿਵੇਂ ਭਰ ਦਿੰਦੀਆਂ ਹਨ। ਨੈਤਿਕ ਗੁਣ ਜਿਵੇਂ ਚੰਗੇ ਗੁਣ। ਸੋ ਇਹਨਾਂ ਤਿੰਨਾਂ ਦਾ ਉੱਤਰ ਇਹੀ ਆ ਬੱਚਿਓ ਕਿ ਲੋਕ ਖੇਡਾਂ ਸਾਡੇ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਸਭ ਤਰ੍ਹਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਆ। ਤੁਸੀਂ ਖੁਦ ਦੇਖੋ, ਜਦੋਂ ਤੁਸੀਂ ਖੇਡਦੇ ਹੋ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਆ, ਮਨ ਵੀ ਖੁਸ਼ ਰਹਿੰਦਾ, ਮਨ ਚੁਸਤ ਵੀ ਰਹਿੰਦਾ। ਜਿਵੇਂ ਉਂਗਲ ਬੁੱਝਣਾ, ਲੀਡਰ ਬੁੱਝਣਾ, ਇਹ ਸਾਡੀ ਮਾਨਸਿਕ ਚੁਸਤੀ ਵਾਲੀਆਂ ਖੇਡਾਂ ਹਨ। ਇਸੇ ਤਰ੍ਹਾਂ ਸਾਡਾ ਇੱਕ ਹੋਰ ਗੁਣ ਹੈ ਸਾਡਾ ਭਾਈਚਾਰਕ ਸਾਂਝ, ਸਮਾਜਿਕ ਵਿਕਾਸ। ਜਦੋਂ ਅਸੀਂ ਖੇਡਦੇ ਹਾਂ ਤਾਂ ਕਿੰਨੇ ਨੈਤਿਕ ਗੁਣ ਸਾਡੇ 'ਚ ਆਉਂਦੇ ਹਨ, ਜਿਵੇਂ ਇਨਸਾਫ, ਭਾਈਵਾਲੀ, ਸਾਂਝ, ਸਹਿਣਸ਼ੀਲਤਾ, ਰਲ ਮਿਲ ਕੇ ਚੱਲਣਾ, ਖੁਸ਼ ਰਹਿਣਾ, ਆਸ਼ਾਵਾਦੀ ਰਹਿਣਾ ਤੇ ਦੂਸਰੇ ਨੂੰ ਮਾਫ ਵੀ ਕਰ ਦੇਣਾ, ਇਨਸਾਫ ਦੀ ਭਾਵਨਾ ਹੁੰਦੀ ਹੈ। ਸੋ ਇਸ ਤਰ੍ਹਾਂ ਨਾਲ ਸਾਡੀਆਂ ਸਦਾਚਾਰਕ ਕੀਮਤਾਂ ਇਸ ਨਾਲ ਜੁੜੀਆਂ ਹੋਈਆਂ ਨੇ। ਤੇ ਇਸ ਤੋਂ ਅਗਲਾ ਪ੍ਰਸ਼ਨ ਹੈ ਕਿ ਪੁਰਾਤਨ ਸਮੇਂ 'ਚ ਪਿੰਡ ਵਾਸੀ ਆਪਣੇ ਪਿੰਡ ਦੇ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸੀ। ਇਹ ਗੱਲ ਤੁਸੀਂ ਆਪਣੇ ਦਾਦਾ ਦਾਦੀ ਜੀ, ਨਾਨਾ ਨਾਨੀ ਜੀ ਤੋਂ ਵੀ ਪੁੱਛ ਸਕਦੇ ਹੋ। ਉਹ ਵੀ ਇਹੀ ਦੱਸਣਗੇ ਕਿ ਖਿਡਾਰੀਆਂ ਨੂੰ ਕਿਵੇਂ ਘਿਓ ਦੇ ਪੀਪੇ ਦਿੱਤੇ ਜਾਂਦੇ ਸੀ, ਇਨਾਮ ਦਿੱਤੇ ਜਾਂਦੇ ਸੀ, ਬਹੁਤ ਮਾਣ ਸਨਮਾਨ ਪਿੰਡ ਵੱਲੋਂ ਦਿੱਤਾ ਜਾਂਦਾ ਸੀ, ਦੁੱਧ ਪਿਆਇਆ ਜਾਂਦਾ ਸੀ ਤੇ ਖੁੱਲ੍ਹ ਕੇ ਉਤਸ਼ਾਹਿਤ ਕੀਤਾ ਜਾਂਦਾ ਸੀ। ਅਗਲਾ ਪ੍ਰਸ਼ਨ ਹੈ ਮੁੰਡੇ ਕੁੜੀਆਂ ਦੀਆਂ ਮਨਮੋਹਕ ਖੇਡਾਂ ਕਿਹੜੀਆਂ ਹਨ। ਸੋ ਇਹਨਾਂ ਦੇ ਵਿੱਚ ਮਨਮੋਹਕ ਖੇਡਾਂ ਉਹੀ ਆ ਜਿਵੇਂ ਕਿ ਬਾਂਦਰ ਕੀਲਾ ਬਹੁਤ ਮੁੱਖ ਖੇਡ ਆ। ਤੇ ਇਸੇ ਤਰ੍ਹਾਂ ਇੱਕ ਹੋਰ ਖੇਡ ਆ ਜਿਹੜੀ ਬਹੁਤ ਮਹੱਤਵਪੂਰਨ ਆ, ਉਹ ਖੇਡ ਹੈ ਸਾਡੀ, ਤੁਹਾਡੇ ਸਿਲੇਬਸ ਦੇ ਵਿੱਚ ਵੀ ਇਸ ਦਾ ਜ਼ਿਕਰ ਬਹੁਤ ਇੱਕ ਮੁੱਖ ਖੇਡ ਦੇ ਤੌਰ 'ਤੇ ਆਇਆ ਹੋਇਆ। ਅਗਰ ਤੁਸੀਂ ਦੱਸੋ, ਮੈਨੂੰ ਯਾਦ ਕਰਾਓ ਤਾਂ ਬਹੁਤ ਚੰਗਾ ਲੱਗੇਗਾ। ਵੈਸੇ ਮੈਂ ਵੀ ਤੁਹਾਨੂੰ ਦੱਸ ਦਿੰਦੀ ਹਾਂ। ਇਹ ਖੇਡ ਹੈ ਜੀ ਸ਼ੱਕਰ ਭਿੱਜੀ, ਜਿਸ ਉੱਪਰ ਇੱਕ ਵੱਡਾ ਪ੍ਰਸ਼ਨ ਆਉਂਦਾ ਤੇ ਨਾਲ ਹੀ ਤੁਹਾਡੇ ਸਾਹਮਣੇ ਉਹ ਸੀਨ ਆ ਗਿਆ ਹੋਣਾ। ਉਹਦੇ ਬਾਰੇ ਅਸੀਂ ਅਗਲਾ ਪ੍ਰਸ਼ਨ ਵੀ ਕਰਾਂਗੇ। ਪਹਿਲਾਂ ਇੱਕ ਹੋਰ ਪ੍ਰਸ਼ਨ ਲੈਂਦੇ ਹਾਂ ਕਿ ਇਹ ਦੱਸੋ ਇਸ ਪਾਠ ਦੇ ਆਧਾਰ ਤੇ ਕਿ ਕਿਹੜੀ ਲੋਕ ਖੇਡ ਹੈ ਜੋ ਕ੍ਰਿਕਟ ਵਿੱਚ ਜਾ ਸਮੋਈ ਹੈ। ਇਹ ਖੇਡ ਹੈ ਜੀ ਲੂਣ, ਤੇਲ, ਲੱਲੇ। ਲੱਲੇ ਉਹ ਟੋਏ ਆ ਜਿਨ੍ਹਾਂ ਦੇ ਵਿੱਚ ਇੱਕ ਗੇਂਦ ਵਰਗੀ ਚੀਜ਼ ਨੂੰ, ਖੁੱਦੋ ਜਿਹੀ ਨੂੰ ਪਾਉਣਾ ਹੁੰਦਾ ਖਿਡਾਰੀਆਂ ਨੇ, ਤੇ ਇਹ ਖੇਡ ਤੁਸੀਂ ਸਮਝ ਲੈਣੀ ਆ। ਇੱਕ ਹੋਰ ਗੱਲ ਵੀ ਦੱਸ ਦੇਵਾਂ ਕਿ ਹਾਕੀ ਦਾ ਪੁਰਾਣਾ ਰੂਪ ਅਗਰ ਲੱਭਣਾ ਹੋਵੇ ਤਾਂ ਖਿੱਦੋ ਖੁੰਡੀ ਵਿੱਚੋਂ ਲੱਭਿਆ ਜਾ ਸਕਦਾ। ਅੱਡੀ ਛੜੱਪਾ ਜਾਂ ਅੱਡੀ ਟੱਪਾ ਲੋਕ ਖੇਡ ਬਾਰੇ ਦੱਸਣ ਲਈ ਤੁਸੀਂ ਕੁੜੀਆਂ ਤਾਂ ਬਹੁਤ ਅੱਛੀ ਤਰ੍ਹਾਂ ਦੱਸ ਹੀ ਸਕਦੇ ਹੋ, ਤੁਸੀਂ ਖੇਡਦੇ ਰਹੇ ਹੋ, ਤੇ ਮੁੰਡਿਆਂ ਨੇ ਵੀ ਆਪਣੀਆਂ ਭੈਣਾਂ ਤੋਂ ਚੰਗੀ ਤਰ੍ਹਾਂ ਪੁੱਛ ਲੈਣਾ ਕਿ ਕਿਵੇਂ ਉਹ ਇਸ ਖੇਡ ਨੂੰ ਖੇਡਦੀਆਂ ਨੇ। ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ ਇਹਦੇ ਨਾਲ, ਇੱਕ ਪੈਰ 'ਤੇ ਖੜਨ ਦਾ ਅਭਿਆਸ ਵੀ ਹੁੰਦਾ
ਤੇ ਨਾਲ ਇਹ ਸਾਡੇ ਮਾਨਸਿਕ ਜਿਹੜੀ ਚੇਤਨਾ ਹੈਗੀ ਆ ਉਹਦੇ ਨਾਲ ਵੀ ਜੁੜੀ ਹੋਈ ਆ। ਅਗਲੀ ਖੇਡ ਹੈ ਜੀ ਸ਼ੱਕਰ ਭਿੱਜੀ, ਜਿਹਦੀ ਮੈਂ ਗੱਲ ਕਰ ਰਹੀ ਸੀ ਤੇ ਤੁਹਾਨੂੰ ਸਵਾਲ ਵੀ ਪੁੱਛਿਆ ਸੀ। ਸ਼ੱਕਰ ਭਿੱਜੀ ਉਹ ਖੇਡ ਹੈ ਜਿਹਦੇ ਵਿੱਚ ਕਿ 2 ਟੀਮਾਂ ਬਣਾਈਆਂ ਜਾਂਦੀਆਂ ਨੇ, ਮੁੰਡੇ ਕੁੜੀਆਂ ਰਲ ਕੇ ਖੇਡਦੇ ਨੇ। ਇੱਕ ਟੀਮ ਦੇ ਖਿਡਾਰੀ ਝੁਕ ਜਾਂਦੇ ਆ, ਦੂਸਰੇ ਉਹਨਾਂ ਦੀ ਢੂਹੀ ਦੇ ਉੱਪਰ ਚੜ ਜਾਂਦੇ ਨੇ, ਕਮਰ ਤੇ ਚੜ ਜਾਂਦੇ ਨੇ ਤੇ ਕੋਸ਼ਿਸ਼ ਹੁੰਦੀ ਹੈ ਹੇਠਲੀ ਟੀਮ ਦੀ, ਜਿਹੜੇ ਝੁਕੇ ਹੋਏ ਖਿਡਾਰੀ ਆ, ਕਿ ਆਪਣੇ ਤੇ ਸਵਾਰ ਜਿਹੜੇ ਖਿਡਾਰੀ ਆ ਉਹਨਾਂ ਦੇ ਪੈਰ ਧਰਤੀ ਨੂੰ ਲਵਾਉਣੇ ਆ। ਸੋ ਜਿਉਂ-ਜਿਉਂ ਪੈਰ ਜਿਹਦੇ ਵੀ ਧਰਤੀ ਤੇ ਲੱਗ ਗਏ ਉਹ ਬਾਹਰ ਹੁੰਦਾ ਜਾਂਦਾ। ਬੜੀ ਮਜ਼ੇਦਾਰ ਖੇਡ ਆ, ਤੁਸੀਂ ਜਾਣਦੇ ਵੀ ਹੋਵੋਗੇ। ਤੇ ਆਖਰੀ ਪ੍ਰਸ਼ਨ ਹੈ ਕਿ ਲੋਕ ਖੇਡਾਂ ਦੀ ਸੰਭਾਲ ਤੇ ਇਹਨਾਂ ਨੂੰ ਮੁੜ ਤੋਂ ਸੁਰਜੀਤ ਕਰਨਾ, ਜਿਉਂਦੇ ਕਰਨਾ ਕਿਉਂ ਜ਼ਰੂਰੀ ਆ। ਇਹ ਅਸੀਂ ਵੀ ਜਾਣਦੇ ਹਾਂ ਕਿ ਲੋਕ ਖੇਡਾਂ ਜਿਹੜੇ ਸਾਡੇ ਅੰਦਰ ਗੁਣ ਪੈਦਾ ਕਰਦੀਆਂ ਨੇ, ਉਹ ਅੱਜ ਕੱਲ੍ਹ ਦੇ ਮੈਚਸ ਜਾਂ ਖੇਡ ਮੁਕਾਬਲੇ ਨਹੀਂ ਕਰ ਸਕਦੇ। ਇਹ ਲੋਕ ਖੇਡਾਂ ਜਿਨ੍ਹਾਂ 'ਚ ਮੁਕਾਬਲੇ ਦੀ ਭਾਵਨਾ ਦੇ ਨਾਲੋਂ ਰਲ ਮਿਲ ਕੇ ਖੇਡਣ ਦੀ ਪ੍ਰਵਿਰਤੀ ਜ਼ਿਆਦਾ ਹੁੰਦੀ ਹੈ। ਤੇ ਲੇਖਕ ਦਾ ਇਹ ਵੀ ਕਹਿਣਾ ਹੈ, ਬਹੁਤ ਅੱਛਾ ਅਖਾਣ ਉਹਨੇ ਇੱਥੇ ਦੱਸਿਆ, ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ। ਸੋ ਅਸੀਂ ਲੋਕ ਖੇਡਾਂ ਦੀ ਵਿਰਾਸਤ ਨੂੰ ਕਾਇਮ ਰੱਖਣਾ ਹੈ।